शेख फरीद बोले शेख फरीद प्यारे अल्लाह लगे, प्यारे अल्लाह लगे। ये तन होसी खाक निमाणी गोर करे, एहो तन होसी खाक निमाणी गोर करे। बोले शेख फरीद बोले शेख फरीद प्यारे अल्लाह लगे, प्यारे अल्लाह लगे। शैल लघन दे पार गोरी मन धीरिया, शैल लंघन दे पार गोरी मन धीरिया। कंचन वाले पासे कलवत चीरिया, कलवत कंचन वाले पासे कलवत चीरिया। बोले शेख फरीद बोले शेख फरीद प्यारे अल्लाह लगे, प्यारे अल्लाह लगे। शेख हयाती जग ना कोई फिर रहया, शेख हयाती जग ना कोई फिर रहया। जिसे आसण हम बैसे केते बैस गया, जिसे आसण हम बैसे केते बैस गया। बोले शेख फरीद बोले शेख फरीद प्यारे अल्लाह लगे, प्यारे अल्लाह लगे। कतक कूंजा चेत दो सावण बिजलियां, कतक कूंजा चेत दो सावण बिजलियां। सियाले सोहंदियां फिर गल बहड़िया। चले चलन हार विचारा ले मनो,
ਗੰਢੇਂਦਿਆਂ ਛੇਵਾਂ ਤੁੜੰਦਿਆਂ ਇੱਕ ਖੇਨੋ ਤੁੜੰਦਿਆਂ ਇੱਕ ਖੇਨੋ ਜ਼ਿਮੀ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ ਜਿਵੇਂ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ ਜਾਲਣ ਗੋਰਾ ਨਾਲ ਉਲਾਮੇ ਜੀ ਸੇ ਜਾਲਣ ਗੋਰਾ ਨਾਲ ਉਲਾਮੇ ਜੀ ਸਹੇ ਬੋਲੇ ਸ਼ੇਖ ਫਰੀਦ ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲਗੇ ਪਿਆਰੇ ਅੱਲਾਹ ਲਗੇ ਇਹੋ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ ਇਹੋ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ ਬੋਲੇ ਸ਼ੇਖ ਫਰੀਦ ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲਗੇ ਪਿਆਰੇ ਅੱਲਾਹ ਲਗੇ ਪਿਆਰੇ ਅੱਲਾਹ ਲਗੇ ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲਗੇ ਇਹ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ ਨਿਮਾਣੀ ਗੌਰ ਕਰੇ ਬੰਕੇ ਬਾਲ ਪਾਗ ਸਿਰ ਡੇਰੀ ਇਹੋ ਤਨ ਹੋਏਗੋ ਭਸਮੁਖੀ ਢੇਰੀ ਇਹ ਤਨ ਹੋਏਗੋ ਭਸਮੁਖੀ ਢੇਰੀ ਕਬੀਰਾ ਤੂਰ ਸਕੇਲ ਕੇ ਪੁਰੀਆ ਬਾਂਦੀ ਦੇ ਦਿਵਸ ਚਾਰ ਕੋ ਪੇਖਣਾ ਅੰਤ खे की खे अंत खे की खे ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਵਿੱਚ ਜੁੜ ਬੈਠੇ ਹੋ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਸਮੇਂ ਦੇ ਪਰਥਾਏ ਜੋ ਸਾਨੂੰ ਬਚਨ ਕਰਦੇ ਨੇ, ਜੋ ਸਾਹਿਬ ਜੀ ਵਿਛੋੜੇ ਦੇ ਵਿੱਚ ਭੰਨੇ ਹੋਏ ਇਸ ਜੀਵ ਨੂੰ ਧਰਵਾਸਾ ਦਿੰਦੇ ਨੇ ਤੇ ਜ਼ਿੰਦਗੀ ਦੀ ਇਸ ਜੀਵਨ ਦੀ ਸੱਚਾਈ ਨੂੰ ਬਿਆਨ ਕਰਦੇ ਨੇ। ਆਖਦੇ ਨੇ ਪਾਤਸ਼ਾਹ ਜੀ, ਹੁਕਮੇ ਜੰਮਣ ਹੁਕਮੇ ਮਰਨਾ, ਤੁਧ ਆਪੇ ਕਾਰਨ ਆਪੇ ਕਰਨਾ। ਸਤਿਗੁਰੂ ਸਾਨੂੰ ਸਮਝਾਉਂਦੇ ਨੇ, ਆਪੇ ਭੇਜੇ ਆਪੇ ਸੱਦੇ, ਰਚਨਾ ਰਚ ਰਚ ਵੇਖੈ, ਨਾਨਕ ਸੱਚਾ ਸੱਚੀ ਨਾਈ, ਸੱਚ ਪਵੈ ਧੁਰ ਲਿਖੈ। ਉਹ ਮਾਲਕ ਆਪ ਹੀ ਇਸ ਜੀਵ ਨੂੰ ਆਪਣੇ ਹੁਕਮ ਦੇ ਵਿੱਚ ਭੇਜਦਾ ਹੈ
ਆਪਣੇ ਹੁਕਮ ਦੇ ਸੱਦੇ ਦੇ ਨਾਲ ਹੀ ਇਸ ਜੀਵ ਨੂੰ ਵਾਪਸ ਬੁਲਾ ਲੈਂਦਾ ਹੈ। ਸਤਿਗੁਰੂ ਬਾਣੀ ਵਿੱਚ ਆਖਦੇ ਨੇ, ਆਇਆ ਹੁਕਮ ਪਾਰ ਬ੍ਰਹਮ ਕਾ, ਛੋੜ ਚੱਲਿਆ ਇੱਕ ਦਿਹਾੜੇ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜਦ ਇਸ ਫਾਨੀ ਸੰਸਾਰ ਤੋਂ ਜਾਣ ਲੱਗੇ ਨੇ, ਜੋਤੀ ਜੋਤ ਸਮਾਉਣ ਲੱਗੇ ਨੇ, ਸੰਗਤਾਂ ਨੂੰ ਪਤਾ ਲੱਗ ਗਿਆ ਵੀ ਸਤਿਗੁਰੂ ਪਾਤਸ਼ਾਹ ਜੀ ਅੱਜ ਤੋਂ ਬਾਅਦ ਸਰੀਰ ਕਰਕੇ ਸਾਨੂੰ ਨਹੀਂ ਮਿਲਣਗੇ, ਤੇ ਸੰਗਤਾਂ ਬੜੇ ਬੈਰਾਗ ਦੇ ਵਿੱਚ ਆਈਆਂ। ਸੰਗਤਾਂ ਆਖਣ ਲੱਗੀਆਂ, ਪਾਤਸ਼ਾਹ ਤੁਹਾਡੇ ਜਾਣ ਪਿੱਛੋਂ ਅਸੀਂ ਕੀ ਕਰਾਂਗੇ, ਕੀ ਕਰਾਂਗੇ, ਤੁਹਾਡੇ ਵਿਛੋੜੇ ਨੂੰ ਕਿਵੇਂ ਝੱਲਾਂਗੇ। ਫਿਰ ਸਤਿਗੁਰੂ ਨੇ ਜੋ ਸਮੇਂ ਉਪਦੇਸ਼ ਬਖਸ਼ਿਸ਼ ਕੀਤਾ, ਉਹ ਉਪਦੇਸ਼ ਰਾਮਕਲੀ ਸੱਦ ਦੇ ਰੂਪ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ। ਹਰ ਉਸ ਪ੍ਰਾਣੀ ਦੇ ਨਿਮਿਤ ਜਿਹੜਾ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ ਹੈ, ਭੋਗ ਦੇ ਉਪਰੰਤ ਇਹ ਬਾਣੀ ਪੜ੍ਹੀ ਜਾਂਦੀ ਹੈ। ਇਸ ਬਾਣੀ ਦੇ ਵਿੱਚ ਸਤਿਗੁਰਾਂ ਨੇ ਫਿਰ ਸੰਗਤਾਂ ਨੂੰ ਹੁਕਮ ਲਾਇਆ, ਅੰਤੇ ਸਤਿਗੁਰੂ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਸਤਿਗੁਰਾਂ ਨੇ ਫਿਰ ਸੰਗਤ ਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਵੀ ਤੁਸਾਂ ਮੇਰੇ ਜਾਣ ਪਿੱਛੋਂ ਰੋਣਾ ਨਹੀਂ, ਕੀ ਕਰਨਾ ਹੈ, ਕੀਰਤੀ ਕਰਨੀ ਹੈ, ਉਸ ਮਾਲਕ ਦੀ ਕੀਰਤੀ ਕਰਨੀ, ਤੇ ਇਸ ਸਮੇਂ ਦੇ ਪ੍ਰਥਾਏ ਜੋ ਉਪਦੇਸ਼ ਹੈ ਉਸ ਨੂੰ ਮਨ ਦੇ ਵਿੱਚ ਵਸਾਉਣਾ, ਕਿਉਂਕਿ ਸੱਚਾਈ ਜੀਵਨ ਦੀ ਇਹ ਹੈ, ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ, ਸਾਹਿਬ ਸੰਭਾਲੈ ਪੰਥ ਨਿਹਾਲੈ, ਅਸਾਂ ਵੀ ਉੱਥੇ ਜਾਣਾ। ਸਭਨਾਂ ਨੇ ਉਸ ਜਗ੍ਹਾ ਜਾਣਾ ਹੈ ਜਿੱਥੇ ਭਾਈ ਕਰਨੈਲ ਸਿੰਘ ਜੀ ਉਸ ਮਾਲਕ ਦੇ ਸੱਦੇ ਦੇ ਉੱਤੇ ਇਸ ਸੰਸਾਰ ਤੋਂ ਕੂਚ ਕਰ ਗਏ ਨੇ। ਸਭਨਾਂ ਨੇ ਉਸ ਜਗ੍ਹਾ ਤੇ ਜਾਣਾ ਹੈ। ਸਤਿਗੁਰੂ ਗੁਰਬਾਣੀ ਦੇ ਵਿੱਚ ਸਾਨੂੰ ਵੱਖਰੀਆਂ ਵੱਖਰੀਆਂ ਉਦਾਹਰਨਾਂ ਦੇ ਕੇ ਸਮਝਾਉਂਦੇ ਨੇ ਵੀ ਸ਼ਾਇਦ ਇਸ ਬੰਦੇ ਦੇ ਸਮਝ ਪੈ ਜਾਵੇ, ਇਹਦਾ ਜੀਵਨ ਸਫਲਿਆ ਹੋ ਜਾਵੇ। ਤਰ੍ਹਾਂ ਤਰ੍ਹਾਂ ਦੀਆਂ ਉਦਾਹਰਨਾਂ ਉਪਦੇਸ਼ ਬਖਸ਼ਦੇ ਨੇ ਪਾਤਸ਼ਾਹ ਜੀ। ਕਿਤੇ ਇਸ ਜੀਵਨ ਨੂੰ ਤਿੜਕੇ ਹੋਏ ਉਸ ਘੜੇ ਦੇ ਨਾਲ ਤਰਜੀਹ ਦਿੰਦੇ ਨੇ ਜਿਹਦੇ ਵਿੱਚ ਪਿਆ ਹੋਇਆ ਪਾਣੀ ਤਿਪਕਾ ਤਿਪਕਾ ਕਰਕੇ, ਉਹ ਜਦੋਂ ਪਾਣੀ ਵਗਦਾ ਹੈ ਇੱਕ ਵੇਲੇ ਉਹ ਘੜਾ ਖਤਮ ਹੋ ਜਾਂਦਾ ਹੈ, ਖਾਲੀ ਹੋ ਜਾਂਦਾ ਹੈ। ਉਦਾਹਰਨ ਸਤਿਗੁਰੂ ਜੀ ਨੇ ਉਸ ਤਿੜਕੇ ਘੜੇ ਦੀ ਦਿੱਤੀ ਹੈ, ਪਰ ਸਮਝਾਇਆ ਸਾਨੂੰ ਹੈ ਵੀ ਇਸ ਬੰਦੇ ਦਾ ਘੜਾ ਵੀ ਸਵਾਸਾਂ ਦੇ ਨਾਲ ਭਰਿਆ ਹੋਇਆ ਸੀ ਜਦੋਂ ਇਹਨੇ ਜਨਮ ਲਿਆ। ਉਸ ਤੁਪਕੇ ਪਾਣੀ ਵਾਂਗ ਇਹਦਾ ਵੀ ਇੱਕ ਇੱਕ ਸਵਾਸ ਨਿਕਲਦਾ ਗਿਆ। ਜਦੋਂ ਇਹ ਸਾਰੇ ਸਵਾਸ ਮੁੱਕ ਗਏ, ਇਹਦਾ ਘੜਾ ਖਾਲੀ ਹੋ ਗਿਆ। ਫਿਰ ਜੋ ਜਗਤ ਦੀ ਸੱਚਾਈ ਹੈ, ਇਹ ਸਾਰਿਆਂ ਨੇ ਇੱਥੋਂ ਜਾਣਾ। ਇਸੇ ਤਰ੍ਹਾਂ ਇਹ ਸਭਨਾਂ ਤੇ ਹੁਕਮ ਲਾਗੂ ਹੁੰਦਾ ਹੈ। ਬਾਣੀ ਵਿੱਚ ਸਤਿਗੁਰਾਂ ਨੇ ਜਿੰਨੇ ਵੀ ਉਪਦੇਸ਼ ਬਖਸ਼ਿਸ਼ ਕੀਤੇ ਨੇ, ਸਾਡੇ ਭਲੇ ਲਈ ਬਖਸ਼ਿਸ਼ ਕੀਤੇ ਨੇ। ਸਾਨੂੰ ਪਾਤਸ਼ਾਹ ਜੀ ਨੇ ਇੱਕ ਸ਼ੀਸ਼ਾ ਵਿਖਾਇਆ, ਜ਼ਿੰਦਗੀ ਦੀ ਸੱਚਾਈ ਦੱਸੀ ਹੈ ਵੀ ਇਸ ਤੋਂ ਮੁਨਕਰ ਨਹੀਂ ਹੋਣਾ। ਜਿਉਣਾ ਝੂਠ ਤੇ ਮਰਨਾ ਸੱਚ। ਗੱਲ ਕੇਵਲ ਇੰਨੀ ਹੈ, ਇਹ ਦੋ ਉਪਦੇਸ਼ ਹੀ ਨਹੀਂ ਸਾਰੀ ਜ਼ਿੰਦਗੀ ਦੇ ਵਿੱਚ ਬੰਦੇ ਦੇ ਸਮਝ ਲੱਗਦੇ। ਗੱਲ ਤਾਂ ਸਿਰਫ ਇੰਨੀ ਹੈ ਵੀ ਜਿਉਣਾ ਝੂਠ ਤੇ ਮਰਨਾ ਸੱਚ, ਪਰ ਸਾਰੀ ਉਮਰ ਇੱਥੇ ਹੀ ਨਹੀਂ ਪਹਿਰਾ ਦੇ ਹੁੰਦਾ। ਜਾਣਦਿਆਂ ਹੋਇਆਂ ਵੀ ਬੰਦਾ ਅਵੇਸਲਾ ਹੋਇਆ ਰਹਿੰਦਾ ਹੈ ਪਰਮੇਸ਼ਰ ਦੇ ਨਾਮ ਵੱਲੋਂ, ਉਸ ਮਾਲਕ ਦੇ ਸਿਮਰਨ ਵੱਲੋਂ, ਭਜਨ ਵੱਲੋਂ, ਬੰਦਗੀ ਵੱਲੋਂ, ਤੇ ਦੁਨਿਆਵੀ ਕੰਮ ਧੰਦਿਆਂ ਦੇ ਵਿੱਚ ਐਸਾ ਉਲਝਿਆ ਜਿਹੜਾ ਮਨੋਰਥ ਦੇ ਕੇ ਸਤਿਗੁਰੂ ਨੇ ਇਸ ਜੀਵਨ ਨੂੰ ਭੇਜਿਆ, ਉਹ ਤੋਂ ਇਹ ਅਵੇਸਲਾ ਹੋ ਗਿਆ। ਸਤਿਗੁਰੂ ਨੇ ਸਮਝਾਇਆ, ਭਾਈ ਇਹ ਤੇਰੀ ਯਾਤਰਾ ਹੈ ਤੇ ਯਾਤਰਾ ਤੂੰ ਸਫਲ ਕਰਕੇ ਜਾਣਾ ਹੈ। ਉਹ ਯਾਤਰਾ ਸਫਲ ਕਿਵੇਂ ਹੋਣੀ ਹੈ? ਸਤਿਗੁਰੂ ਕਹਿੰਦੇ ਨੇ, ਜੋ ਮਾਲਕ ਦੱਸੇ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਸਾਨੂੰ ਮਾਰਗ ਦੱਸਦੇ ਨੇ, ਉਸ ਮਾਰਗ ਦੇ ਉੱਤੇ ਚੱਲੇਗਾ, ਤੇਰਾ ਜੀਵਨ ਸਫਲਾ ਹੋਵੇਗਾ। ਇਹ ਸ਼ਬਦ
ਆਸਾ ਰਾਗ ਦੇ ਵਿੱਚ ਫਰੀਦ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਦੇ ਆਰੰਭ ਦੇ ਬੋਲ ਨੇ। ਫਰੀਦ ਸਾਹਿਬ ਕੀ ਆਖਦੇ ਨੇ? ਕਹਿੰਦੇ ਬੋਲੇ ਸ਼ੇਖ ਫਰੀਦ। ਦੁਨਿਆਵੀ ਲੋਕਾਂ ਨੂੰ ਇਹ ਉਪਦੇਸ਼ ਬਖਸ਼ਿਸ਼ ਕਰਦੇ ਨੇ। ਫਰੀਦ ਸਾਹਿਬ ਜੀ ਕਹਿੰਦੇ ਸਾਰੀ ਲੋਕਾਈ ਸੁਣੋ। ਕਹਿੰਦੇ ਫਰੀਦ ਬੋਲਦਾ ਹੈ, ਪਿਆਰੇ ਅੱਲਾ ਲੱਗੇ। ਕਹਿੰਦੇ ਉਹ ਰੱਬ ਦੇ ਪਿਆਰਿਆ, ਅੱਲਾ ਦੇ ਨਾਲ ਜੁੜ। ਬੋਲੇ ਸ਼ੇਖ ਫਰੀਦ, ਪਿਆਰੇ ਅੱਲੇ ਲੱਗੇ। ਅੱਲਾ ਦੇ ਨਾਲ ਜੁੜ, ਵਾਹਿਗੁਰੂ ਦੇ ਨਾਲ ਜੁੜ, ਪਰਮੇਸ਼ਰ ਦਾ ਸਿਮਰਨ ਕਰ, ਉਹਦੇ ਸੱਚੇ ਸੁੱਚੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਢਾਲ। ਕਿਉਂਕਿ ਜਗਤ ਦੀ ਸਚਾਈ ਇਹ ਹੈ। ਦੂਸਰੀ ਤੁਕਤ ਵਿੱਚ ਆਖਦੇ ਨੇ ਫਰੀਦ ਸਾਹਿਬ, ਕਹਿੰਦੇ ਇਹ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ। ਕਹਿੰਦੇ ਜਿਹੜਾ ਤਨ ਹੈ, ਜਿਸ ਨੂੰ ਸਾਰੀ ਉਮਰ ਬੰਦਾ ਸਵਾਰਦਾ ਰਹਿੰਦਾ, ਸ਼ਿੰਗਾਰਦਾ ਰਹਿੰਦਾ, ਸਾਂਭ ਕੇ ਰੱਖਦਾ ਰਹਿੰਦਾ ਹੈ, ਫਰੀਦ ਸਾਹਿਬ ਆਖਦੇ ਨੇ ਇੱਕ ਦਿਨ ਕਬਰ ਦੇ ਵਿੱਚ ਪੈ ਕੇ ਮਿੱਟੀ ਹੋ ਜਾਵੇਗਾ। ਸਾਡੀ ਮਰਿਆਦਾ ਦੇ ਅਨੁਸਾਰ ਇੱਕ ਦਿਨ ਖਾਕ ਦੀ ਢੇਰੀ ਹੋ ਜਾਵੇਗਾ, ਸਵਾਹ ਦੀ ਢੇਰੀ ਹੋ ਜਾਵੇਗੀ। ਇਹ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ। ਫਿਰ ਕੀ ਕਰਨਾ? ਸਾਰਾ ਉਪਦੇਸ਼ ਇਸੇ ਤਰ੍ਹਾਂ ਜਿਵੇਂ ਬੰਦਾ ਪੌੜੀਆਂ ਚੜ੍ਹਦਾ ਹੈ ਤੇ ਆਪਣੀ ਮੰਜ਼ਿਲ ਦੇ ਉੱਤੇ ਪਹੁੰਚ ਜਾਂਦਾ ਹੈ, ਪਿਆਰ ਦੇ ਨਾਲ ਸਮਝਾਉਂਦੇ ਨੇ ਫਰੀਦ ਸਾਹਿਬ। ਕਹਿੰਦੇ ਅੱਲਾ ਦੇ ਨਾਲ ਜੁੜ, ਜੀਵਨ ਦੀ ਸਚਾਈ ਇਹ ਤੇਰਾ ਇਹ ਤਨ ਜਿਹੜਾ ਰਹਿਣਾ ਨਹੀਂ। ਅੱਗੋਂ ਫਿਰ ਆਖਦੇ ਨੇ, ਕਹਿੰਦੇ ਕੀ ਕਰਨਾ ਹੈ? ਕਹਿੰਦੇ ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਖੁੰਝੜੀਆਂ ਮਨੋ ਮਚਿੰਦੜੀਆਂ। ਆਜ ਮਿਲਾਵਾ ਦਾ ਭਾਵ ਹੈ ਵੀ ਇਹ ਸਮਾਂ ਜਿਹੜਾ ਮਾਲਕ ਨੇ ਤੈਨੂੰ ਬਖਸ਼ਿਸ਼ ਕੀਤਾ ਹੈ, ਇਹ ਸਮਾਂ ਕਿਹੜਾ ਹੈ? ਭਈ ਪ੍ਰਾਪਤ ਮਨੁੱਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਕਹਿੰਦੇ ਇਹੀ ਸਮਾਂ ਹੈ, ਇਹੀ ਤੇਰਾ ਵੇਲਾ ਹੈ, ਇਹੀ ਤੇਰੀ ਵਾਰੀ ਹੈ। ਇਹ ਮਾਲਕ ਨੇ ਜਿਹੜਾ ਸੋਹਣਾ ਤੈਨੂੰ ਸਰੀਰ ਬਖਸ਼ਿਸ਼ ਕੀਤਾ, ਇਹ ਤੋਂ ਲਾਹਾ ਲੈਣਾ। ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਕੂੰਜੜੀਆਂ ਮਨੋ ਮਚਿੰਦੜੀਆਂ। ਕਹਿੰਦੇ ਮਨ ਨੂੰ ਮਚਾਉਣ ਵਾਲੀਆਂ, ਤਪਾਉਣ ਵਾਲੀਆਂ ਇਹ ਜੋ ਇੰਦਰੀਆਂ ਨੇ, ਕਹਿੰਦੇ ਇਹਨਾਂ ਤੋਂ ਆਪਣੇ ਮਨ ਨੂੰ ਮੋੜ ਕੇ ਤੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਲਾਉਣ ਦਾ ਯਤਨ ਉਪਰਾਲਾ ਕਰ। ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ। ਕਹਿੰਦੇ ਪਤਾ ਤਾਂ ਸਾਰਿਆਂ ਨੂੰ ਹੈ, ਜੇ ਪਤਾ ਹੀ ਹੈ, ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ। ਕਹਿੰਦੇ ਜਦੋਂ ਬੰਦਾ ਚਲਿਆ ਜਾਂਦਾ ਵਾਪਸ ਕਦੇ ਨਹੀਂ ਆਉਂਦਾ। ਇਸ ਜਹਾਨ ਤੋਂ ਜਿਹੜਾ ਚਲਿਆ ਜਾਂਦਾ ਹੈ, ਜੇ ਆਪਾਂ ਕਹਿ ਦਈਏ ਭਾਈ ਕਰਨੈਲ ਸਿੰਘ ਜੀ ਮੁੜ ਕੇ ਆਉਣਗੇ, ਇਹ ਕਦੇ ਨਹੀਂ ਹੋ ਸਕਦਾ। ਜਿਹੜੇ ਪਹਿਲਾਂ ਗਏ ਨੇ ਨਾ ਉਹ ਮੁੜੇ ਨੇ, ਨਾ ਜਾਣ ਵਾਲੇ ਮੁੜਨਗੇ। ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ, ਝੂਠੀ ਦੁਨੀਆ ਲੱਗ ਨਾ ਆਪ ਮੰਜਾਈਏ। ਕਹਿੰਦੇ ਝੂਠੇ ਇਸ ਸੰਸਾਰ ਦੇ ਪਿੱਛੇ ਲੱਗ ਕੇ ਫਿਰ ਆਪਣਾ ਜੀਵਨ ਬਰਬਾਦ ਨਾ ਕਰੀਏ, ਨਾ ਆਪ ਮੰਜਾਈਏ। ਕਹਿੰਦੇ ਪਰਮੇਸ਼ਰ ਦੇ ਨਾਲ ਪ੍ਰੀਤ ਪਾਈਏ, ਆਪਣਾ ਆਪ ਇੱਥੋਂ ਗਵਾ ਕੇ ਨਾ ਜਾਈਏ। ਫਿਰ ਆਖਦੇ ਨੇ, ਕਹਿੰਦੇ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਸੱਚ ਦੇ ਧਰਮ ਦੇ ਉੱਤੇ ਚੱਲ ਕੇ ਆਪਣਾ ਜੀਵਨ ਸਫਲਿਆਂ ਕਰ ਲਈਏ। ਹਮੇਸ਼ਾ ਧਰਮ ਦੇ ਰਸਤੇ ਦੇ ਉੱਤੇ ਚੱਲਣਾ ਚਾਹੀਦਾ। ਫਰੀਦ ਸਾਹਿਬ ਆਖਦੇ ਨੇ ਸੱਚ ਦੇ ਉੱਤੇ ਪਹਿਰਾ ਦੇਣਾ ਚਾਹੀਦਾ, ਝੂਠ ਨਾ ਬੋਲੀਏ। ਜਦ ਕਿ ਝੂਠ ਸਾਡੇ ਜੀਵਨ ਦੇ ਵਿੱਚ ਪ੍ਰਧਾਨ ਹੈ। ਹਰ ਬੰਦਾ ਝੂਠ ਬੋਲਦਾ ਹੈ। ਹੋਣਗੇ ਬਿਰਲੇ ਗੁਰੂ ਦੇ ਪਿਆਰੇ ਜਿਹੜੇ ਇਸ ਸੱਚ ਦੇ ਮਾਰਗ ਦੇ ਉੱਤੇ ਚੱਲਦੇ ਆ। ਜੇ ਰਾਤ ਨੂੰ ਮੰਜੇ ਤੇ ਪੈਣ ਲੱਗਿਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਜੀਵਨ ਦੇ ਉੱਤੇ ਝਾਤੀ ਮਾਰੀਏ, ਪੁੱਛਣਾ ਕਿਸੇ ਤੋਂ ਨਹੀਂ, ਇਹਨੂੰ ਸੈਲਫ ਐਨਾਲਿਸਿਸ ਕਹਿੰਦੇ ਨੇ। ਆਪਣੇ ਆਪ ਨੂੰ ਪੁੱਛਣਾ ਸਵੇਰ ਤੋਂ ਲੈ ਕੇ ਜਿਹੜੀ ਜੀਵਨ ਕਿਰਿਆ ਹੈ ਉਹਦੇ ਵਿੱਚ ਅਸੀਂ ਕਿੰਨੀ ਵਾਰੀ ਝੂਠ ਬੋਲੇ, ਕਿੰਨਾ ਅਸੀਂ ਧੋਖਾ, ਕਿੰਨਾ ਅਸੀਂ ਕਿਸੇ ਨਾਲ ਫਰੇਬ ਕੀਤਾ। ਕਹਿੰਦੇ ਕਿਸੇ ਤੋਂ ਪੁੱਛਣਾ ਨਹੀਂ, ਸੌਣ ਲੱਗਿਆ ਆਪਣੇ ਆਪ ਨੂੰ ਪੁੱਛੇ, ਪਤਾ ਲੱਗ ਜਾਊਗਾ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਸਾਹਿਬ ਕਹਿੰਦੇ ਨੇ ਜੋ ਗੁਰ ਦੱਸੇ ਵਾਟ, ਮੁਰੀਦਾਂ ਜੋਲੀਏ। ਜੋ ਗੁਰੂ ਦੱਸਦਾ ਹੈ, ਵਾਟ ਦਾ ਭਾਵ ਰਸਤਾ, ਜਿਸ ਰਸਤੇ ਦੇ ਉੱਤੇ ਚੱਲਣ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਪ੍ਰੇਰਨਾ ਕੀਤੀ ਹੈ, ਉਪਦੇਸ਼ ਬਖਸ਼ਿਸ਼ ਕੀਤਾ ਹੈ, ਕਹਿੰਦੇ ਉਹਦੇ ਉੱਤੇ
ਮੁਰੀਦਾਂ ਜੋਲੀਐ, ਸੇਵਕਾਂ ਵਾਂਗ ਮੁਰੀਦਾਂ ਵਾਂਗ ਤੁਰਨਾ ਚਾਹੀਦਾ ਹੈ। ਜੋ ਗੁਰ ਦੱਸੈ ਬਾਟ ਮੁਰੀਦਾਂ ਜੋਲੀਐ, ਜੋ ਗੁਰ ਕਹੈ ਸੋਈ ਭਲ ਮਾਨੋ। ਅੱਜ ਦਾ ਬੰਦਾ ਤਾਂ ਗੁਰੂ ਨੂੰ ਵੀ ਟਾਂਚਾਂ ਕਰਨ ਲੱਗ ਪਿਆ। ਅੱਜ ਦਾ ਬੰਦਾ ਥੋੜਾ ਜਿਹਾ ਪੜ੍ਹ ਲਿਖ ਗਿਆ, 4 ਅੱਖਰ ਪੜ੍ਹ ਗਏ, 4 ਕਿਤਾਬਾਂ ਪੜ੍ਹ ਲਈਆਂ, ਇਹ ਰੱਬ ਨੂੰ ਵੀ ਟੱਬ ਦੱਸਣ ਲੱਗ ਪਿਆ। ਗੁਰੂ ਦੇ ਬਚਨਾਂ ਦੇ ਉੱਤੇ ਵੀ ਕਿੰਤੂ ਪਰੰਤੂ ਕਰਨ ਲੱਗ ਪਿਆ। ਪਰ ਸਾਹਿਬ ਕਹਿੰਦੇ ਨੇ ਗੁਰੂ ਦੇ ਉੱਤੇ ਕਿੰਤੂ ਨਹੀਂ ਕਰਨਾ, ਭਾਵਨਾ ਤੇ ਵਿਸ਼ਵਾਸ ਦੇ ਨਾਲ ਤੁਰਨਾ ਚਾਹੀਦਾ। ਅੱਗੋਂ ਆਖਦੇ ਨੇ, ਕਹਿੰਦੇ ਸ਼ੈਲ ਲੰਘੰਦੇ ਪਾਰ ਗੋਰੀ ਮਨ ਧੀਰਿਆ। ਜਿਵੇਂ ਜਵਾਨ ਲੋਕ ਦਰਿਆ ਪਾਰ ਕਰਨ ਵਾਸਤੇ ਉਹਨਾਂ ਨੂੰ ਕੋਈ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ, ਕਿਉਂਕਿ ਸਰੀਰ ਦੇ ਵਿੱਚ ਜਦੋਂ ਬਲ ਹੁੰਦਾ ਹੈ, ਇਸ ਸੰਸਾਰ ਦੇ ਦਰਿਆ ਨੂੰ ਪਾਰ ਕਰਨ ਵਾਸਤੇ ਵੀ ਬਲ ਚਾਹੀਦਾ ਹੈ। ਜਿਵੇਂ ਦੁਨਿਆਵੀ ਦਰਿਆ ਨੂੰ ਪਾਰ ਕਰਨ ਵਾਸਤੇ ਕਹਿੰਦੇ ਨੇ ਸਰੀਰਕ ਬਲ ਚਾਹੀਦਾ ਹੈ, ਤੇ ਉਹਨਾਂ ਨੂੰ ਵੇਖ ਵੇਖ ਕੇ ਕਮਜ਼ੋਰ ਇਸਤਰੀ, ਕਮਜ਼ੋਰ ਲੋਕ ਵੀ ਉਹਨਾਂ ਵੱਲ ਵੇਖ ਕੇ ਉਹਨਾਂ ਦੇ ਵਿੱਚ ਵੀ ਤਾਕਤ ਆ ਜਾਂਦੀ, ਤੇ ਉਹ ਵੀ ਫਿਰ ਹਿੰਮਤ ਕਰ ਲੈਂਦੇ ਨੇ। ਇੱਥੇ ਕਹਿੰਦੇ ਨੇ ਇਸੇ ਤਰ੍ਹਾਂ ਜਿਵੇਂ ਸਾਧੂ ਲੋਕ, ਰੱਬ ਦੇ ਪਿਆਰੇ ਲੋਕ ਇਸ ਭਵਜਲ ਸੰਸਾਰ ਤੋਂ ਪਾਰ ਕਰਨ ਵਾਸਤੇ ਆਪਣੇ ਤਨ ਨੂੰ ਪਰਮੇਸ਼ਰ ਦੀ ਬੰਦਗੀ ਵਿੱਚ ਲਾਉਂਦੇ ਨੇ, ਕਹਿੰਦੇ ਉਹਨਾਂ ਵੱਲ ਵੇਖ ਕੇ ਤੈਨੂੰ ਵੀ ਮਨ ਦੇ ਵਿੱਚ ਚਾਅ ਹੋਣਾ ਚਾਹੀਦਾ ਹੈ, ਤੇ ਤੂੰ ਵੀ ਇਸ ਭਵਜਲ ਸੰਸਾਰ ਤੋਂ ਪਾਰ ਹੋ ਸਕਦਾ। ਕਿਹੜਾ ਤਰੀਕਾ ਹੈ? ਕਿਹੜਾ ਤਰੀਕਾ ਹੈ ਇਸ ਭਵਜਲ ਸੰਸਾਰ ਨੂੰ ਪਾਰ ਕਰਨ ਦਾ? ਪੜ੍ਹਦੇ ਤਾਂ ਰੋਜ਼ ਹੀ ਹੈ, ਪਰ ਪੜ੍ਹਦਿਆਂ ਪੜ੍ਹਦਿਆਂ ਲੰਘ ਜਾਈਦਾ। ਰੋਜ਼ ਦੇ ਨਿਤਨੇਮੀ ਰਹਿਰਾਸ ਸਾਹਿਬ ਜੀ ਦੇ ਵਿੱਚ ਪੜ੍ਹਦੇ ਨੇ, ਕੀ ਪੜ੍ਹਦੇ ਨੇ? ਭਵਜਲ ਬਿਖਮ ਅਸਗਾ, ਭਵਜਲ ਬਿਖਮ ਅਸਗਾ, ਗੁਰ ਸ਼ਬਦੀ ਪਾਰ ਪਹੇ, ਗੁਰ ਸ਼ਬਦੀ ਪਾਰ ਪਹੇ। ਭਵਜਲ ਬਿਖਮ ਅਸਗਾ, ਕਹਿੰਦੇ ਇਸ ਭਵਜਲ ਨੂੰ ਪਾਰ ਕਰਨਾ ਸੌਖੀ ਗੱਲ ਨਹੀਂ। ਕਿੱਦਾਂ ਪਾਰ ਕੀਤਾ ਜਾ ਸਕਦਾ? ਸਾਹਿਬ ਕਹਿੰਦੇ ਨੇ ਗੁਰ ਸ਼ਬਦੀ, ਗੁਰੂ ਦੇ ਸ਼ਬਦ ਦੇ ਬੇੜੇ ਦੇ ਉੱਤੇ ਚੜ੍ਹ ਜਾ। ਅਰਦਾਸ ਵੇਲੇ ਪੈਂਦੇ ਨਾ ਅਸੀਂ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਇੱਕ ਇਹੋ ਜਹਾਜ਼ ਇਹੋ ਜਿਹਾ ਜਿਹੜਾ ਗਰੰਟੀ ਦਿੰਦਾ ਚੜ੍ਹਨ ਤੋਂ ਪਹਿਲਾਂ। ਬੜੇ ਜਹਾਜ਼ ਦੁਨੀਆ ਦੇ ਵਿੱਚ ਵੀ ਚੜ੍ਹਦੇ ਨੇ, ਪਰ ਕਿਸੇ ਨੇ ਚੜ੍ਹਨ ਤੋਂ ਪਹਿਲਾਂ ਗਰੰਟੀ ਨਹੀਂ ਦਿੱਤੀ ਵੀ ਤੈਨੂੰ ਪਾਰ ਉਤਾਰਿਆ ਜਾਵੇਗਾ। ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਦੇ ਜਹਾਜ਼ ਦੇ ਉੱਤੇ ਚੜ੍ਹ ਜਾ, ਮੇਰੀ ਗਰੰਟੀ ਹੈ ਤੈਨੂੰ ਪਾਰ ਉਤਾਰੇਗਾ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਆਖਦੇ ਨੇ ਅਗਲੇ ਬਚਨ ਵਿੱਚ, ਕਹਿੰਦੇ ਨੇ ਕੰਚਨ ਵੰਨੇ ਪਾਸੇ ਕਲਵਤ ਚੀਰਿਆ। ਕੰਚਨ ਵੰਨੇ ਦਾ ਭਾਵ, ਕੰਚਨ ਆਖਦੇ ਨੇ ਸੋਨੇ ਨੂੰ। ਸੋਨੇ ਤੋਂ ਕਹਿ ਦਈਏ ਵੀ ਦੁਨਿਆਵੀ ਮਾਇਆ ਦੇ ਪਿੱਛੇ ਬੰਦੇ ਨੂੰ ਹਲਕਾ ਹੋ ਜਾਂਦਾ। ਤੁਸੀਂ ਵੇਖਿਆ ਹੋਵੇਗਾ ਸਵੇਰ ਤੋਂ ਲੈ ਕੇ ਕਈ ਬੰਦਿਆਂ ਦਾ ਇਦਾਂ ਦਾ ਰੁਝਾਨ ਬਣ ਜਾਂਦਾ ਵੀ ਹਰ ਵੇਲੇ ਪੈਸਾ 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 ਪੈਸਾ, ਕਿੱਦਾਂ ਇਕੱਠਾ ਕਰਨਾ, ਕਿੱਦਾਂ ਬੈਂਕਾਂ ਭਰਨੀਆਂ ਨੇ, ਕਿੱਦਾਂ ਪ੍ਰਾਪਰਟੀਆਂ ਖਰੀਦਣੀਆਂ ਨੇ। ਇਹ ਗੱਲ ਠੀਕ ਹੈ, ਸਤਿਗੁਰੂ ਨੇ ਸਾਨੂੰ ਸਮਝਾਇਆ, ਕਹਿੰਦੇ ਮਾਇਆ ਤੋਂ ਬਿਨਾਂ ਜ਼ਿੰਦਗੀ ਵੀ ਬੜੀ ਔਖੀ ਹੈ। ਦੁਨਿਆਵੀ ਮਾਇਆ ਜ਼ਿੰਦਗੀ ਦੇ ਗੁਜ਼ਰਾਨ ਵਾਸਤੇ ਬੜੀ ਜ਼ਰੂਰਤ ਹੈ। ਸਤਿਗੁਰੂ ਕਹਿੰਦੇ ਮੇਰੇ ਗੁਰੂ ਦਾ ਸਿੱਖ ਦਾ ਹੱਥ ਹਮੇਸ਼ਾ ਉੱਪਰ ਹੋਵੇ। ਕਦੇ ਇਹ ਨਹੀਂ ਆਖਿਆ ਪਾਤਸ਼ਾਹ ਨੇ ਵੀ ਮੇਰੇ ਸਿੱਖ ਦਾ ਹੱਥ ਥੱਲੇ ਹੋਵੇ, ਕਿਉਂਕਿ ਥੱਲੇ ਹੱਥ ਮੰਗਣ ਵਾਲੇ ਦਾ ਹੁੰਦਾ, ਉੱਪਰ ਹੱਥ ਦੇਣ ਵਾਲੇ ਦਾ ਹੁੰਦਾ ਹੈ। ਪਾਤਸ਼ਾਹ ਕਹਿੰਦੇ ਨੇ ਮਾਇਆ ਗੁਜ਼ਾਰੇ ਜੋਗੀ ਚਾਹੀਦੀ ਹੈ, ਵੀ ਕਿਸੇ ਤੋਂ ਮੰਗਣੀ ਨਾ ਪਵੇ, ਤੇ ਇੰਨੀ ਜ਼ਿਆਦਾ ਵੀ ਨਾ ਹੋ ਜਾਵੇ ਤੇ ਬੰਦਾ ਉਸ ਮਾਇਆ ਦੇ ਪਿੱਛੇ ਲੱਗ ਕੇ ਵਾਹਿਗੁਰੂ ਪਰਮੇਸ਼ਰ ਨੂੰ ਵੀ ਭੁਲਾ ਦੇਵੇ। ਸਤਿਗੁਰੂ ਕਹਿੰਦੇ ਨੇ ਮਾਇਆ ਜਿਹੜੀ ਹੈ ਉਹ ਛਲਾਵਾ ਹੈ, ਇੱਕ ਛਲ ਹੈ, ਉਹ ਇੱਕ ਧੋਖਾ ਹੈ। ਬਚਨ ਸਤਿਗੁਰੂ ਦੇ ਆਖਦੇ ਨੇ, ਕਹਿੰਦੇ ਮਾਈ ਮਾਇਆ ਛਲ, ਇਹ ਕਿੱਦਾਂ ਦਾ ਛਲਾਵਾ ਹੈ, ਇਹ ਕਿੱਦਾਂ ਦਾ ਧੋਖਾ। ਫਿਰ ਸਤਿਗੁਰੂ ਨੇ 3 ਉਦਾਹਰਨਾਂ ਦੇ ਕੇ ਸਾਨੂੰ ਸਮਝਾਇਆ। ਕੀ ਆਖਦੇ ਨੇ? ਕਹਿੰਦੇ ਮਾਈ ਮਾਇਆ ਛਲ, ਤ੍ਰਿਣ ਕੀ ਅਗਨ, ਕਹਿੰਦੇ ਕੱਖਾਂ ਦੀ ਅੱਗ ਜਿਹੜੀ ਹੈ ਉਹ
ਜਿਵੇਂ ਇੱਕਦਮ ਭਬਕਦੀ ਹੈ, ਇੱਕਦਮ ਉੱਪਰ ਨੂੰ ਉੱਠਦੀ ਹੈ, ਪਰ ਜਿੰਨੀ ਤੇਜ਼ੀ ਦੇ ਨਾਲ ਉੱਪਰ ਨੂੰ ਉੱਠਦੀ ਹੈ ਓਨੀ ਛੇਤੀ ਉਹ ਥੱਲੇ ਬੈਠਦੀ ਹੈ। ਇਹ ਮਾਇਆ ਆਉਂਦੀ ਵੀ ਇਸੇ ਤਰ੍ਹਾਂ ਹੀ ਹੈ ਤੇ ਜਾਂਦੀ ਵੀ ਇਸੇ ਤਰ੍ਹਾਂ ਹੀ। ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਕਹਿੰਦੇ ਬੱਦਲ ਦੀ ਛਾਂ ਵਾਂਗ ਹੈ, ਕਦੋਂ ਆਉਂਦੀ ਹੈ ਤੇ ਕਦੋਂ ਚਲੇ ਜਾਂਦੀ ਪਤਾ ਵੀ ਨਹੀਂ ਲੱਗਦਾ ਬੰਦੇ। ਕਹਿੰਦੇ ਜੇ ਇਸ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਨਾ ਰੋਕਿਆ ਜਾਵੇ, ਭਾਵ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਸਦਾ ਦੁੱਖ ਹੀ ਦਿੰਦੀ ਹੈ, ਤੇ ਜੇ ਮਾਲਕ ਦੇ ਸਿਮਰਨ ਦੇ ਨਾਲ ਇਹਨੂੰ ਵਰਤਿਆ ਜਾਵੇ ਫਿਰ ਇਹਦੇ ਤੋਂ ਸੁੱਖ ਵੀ ਬੜੇ ਮਿਲਦੇ ਨੇ। ਸਤਿਗੁਰੂ ਆਖਦੇ ਨੇ, ਕਹਿੰਦੇ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਕਹਿੰਦੇ ਹੜ ਦੇ ਪਾਣੀ ਵਾਂਗ ਇਹ ਫਿਰ ਅੱਗੇ ਜੋ ਵੀ ਆਵੇ ਉਹਨੂੰ ਰੋੜ ਕੇ ਲੈ ਜਾਂਦੀ ਹੈ। ਇਸ ਤਰ੍ਹਾਂ ਦੀ ਇਹ ਮਾਇਆ ਸਤਿਗੁਰੂ ਆਖਦੇ ਨੇ ਕੰਚਨ ਵੰਨੇ ਪਾਸੇ। ਕੰਚਨ ਦੇ ਭਾਵ ਦੁਨਿਆਵੀ ਮਾਇਆ ਦੇ ਪਾਸੇ ਜਿਹੜੇ ਲੱਗੇ ਨੇ, ਕਹਿੰਦੇ ਸਮਾਂ ਆਉਣ ਤੇ ਕਲਵਤ ਚੀਰਿਆ, ਕਹਿੰਦੇ ਆਰੇ ਦੇ ਥੱਲੇ ਦੇ ਕੇ ਉਹਨਾਂ ਨੂੰ ਚੀਰਿਆ ਜਾਵੇਗਾ। ਇਹ ਸ਼ੇਖ ਫਰੀਦ ਸਾਹਿਬ ਜੀ ਆਖਦੇ ਨੇ, ਕਹਿੰਦੇ ਸ਼ੇਖ ਫਰੀਦ ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਸੇ ਕਿਤੇ ਬੈਸ ਗਿਆ। ਫਰੀਦ ਸਾਹਿਬ ਕਹਿੰਦੇ ਨੇ, ਕਹਿੰਦੇ ਇਸ ਜਗ ਦੇ ਵਿੱਚ ਕੋਈ ਥਿਰ ਨਹੀਂ ਬੈਠਾ ਰਹੇਗਾ, ਸਮਾਂ ਆਉਣ ਤੇ ਸਭਨਾ ਨੇ ਤੁਰ ਜਾਣਾ ਹੈ। ਜਿਸ ਆਸਣ ਹਮ ਬੈਸੇ ਕਿਤੇ ਬੈਸ ਗਿਆ। ਜਿਹੜੇ ਆਸਣ ਤੇ ਬੈਠੇ, ਜਿਹੜੇ ਘਰ ਦੇ ਵਿੱਚ ਰਹਿੰਦੇ ਆ, ਸਾਡੇ ਤੋਂ ਪਹਿਲਾਂ ਸਾਡੇ ਬਜ਼ੁਰਗ ਉੱਥੇ ਰਹਿੰਦੇ ਆਏ ਨੇ, ਪਤਾ ਨਹੀਂ ਉਹਨਾਂ ਤੋਂ ਪਿੱਛੇ ਕਿੰਨੇ ਕੁ ਰਹਿੰਦੇ ਆਏ ਨੇ। ਜਿਸ ਆਸਣ ਹਮ ਬੈਸੇ, ਤੇ ਸਾਡੇ ਤੋਂ ਬਾਅਦ ਵੀ ਇਸ ਘਰਾਂ ਦੇ ਵਿੱਚ ਸਾਡੇ ਬੱਚਿਆਂ ਨੇ ਰਹਿਣਾ ਹੈ। ਸਤਿਗੁਰੂ ਦੇ ਸਮਝਾਉਣ ਦਾ ਮਨੋਰਥ ਇਹੀ ਹੈ ਵੀ ਇਹ ਇੱਕ ਸਰਾਂ ਵਾਂਗ ਹੈ, ਤੇ ਸਰਾਂ ਵਾਂਗ, ਸਰਾਂ ਦੇ ਵਿੱਚ ਕਹਿੰਦੇ ਪ੍ਰਾਹੁਣਿਆਂ ਵਾਂਗ ਰਹੀਦਾ। ਸਤਿਗੁਰੂ ਆਖਦੇ ਨੇ ਬਾਣੀ ਦੇ ਵਿੱਚ, ਕਹਿੰਦੇ ਨੇ ਜੈਸੇ ਰੈਣ ਪ੍ਰਾਹੁਣੇ ਉੱਠ ਚਲਸੇ ਪ੍ਰਭਾਤ, ਕਿਆ ਤੋ ਰਤਾ ਗ੍ਰਸਤ ਸੋ ਸਭ ਫੁੱਲਾਂ ਕੀ ਬਾਗਾਤ। ਇਹ ਸੋਹਣਾ ਦੁਨੀਆ ਦਾ ਬਾਗ, ਫੁੱਲਾਂ ਦਾ ਬਾਗ, ਇਹਦੇ ਵਿੱਚ ਆਇਆ ਬੰਦਾ ਭੁੱਲ ਹੀ ਜਾਂਦਾ ਹੈ। ਪਰ ਸਤਿਗੁਰੂ ਨੇ ਸਾਨੂੰ ਸਮਝਾਇਆ, ਕਹਿੰਦੇ ਨੇ ਪ੍ਰਾਹੁਣਿਆਂ ਵਾਂਗ ਰਹਿ। ਤੇ ਪ੍ਰਾਹੁਣੇ ਜਿਹੜੇ ਕਦੇ ਦਾਵਾ ਨਹੀਂ ਕਰਦੇ। ਸਾਡੇ ਘਰ ਦੇ ਵਿੱਚ ਆਇਆ ਹੋਇਆ ਕੋਈ ਪ੍ਰਾਹੁਣਾ 2 4 5 ਦਿਨਾਂ ਤੋਂ ਬਾਅਦ ਇਹ ਗੱਲ ਆਖੇ ਵੀ ਤੁਸੀਂ ਹੁਣ ਬਾਹਰ ਹੋਵੋ, ਇਸ ਘਰ ਦੇ ਵਿੱਚ ਤਾਂ ਮੈਂ ਫਿਰ ਪੱਕਾ ਰਹਿਣਾ, ਮੈਂ ਮਾਲਕ ਬਣ ਗਿਆ। ਤੇ ਘਰ ਦਾ ਅਸਲ ਮਾਲਕ ਕਹੇਗਾ, ਭਾਈ ਤੂੰ ਪ੍ਰਾਹੁਣਿਆਂ ਵਾਂਗ ਆਇਆ ਸੀ ਤੇ ਪ੍ਰਾਹੁਣਿਆਂ ਵਾਂਗ ਰਹਿ ਕੇ ਤੁਰਦਾ ਬਣ। ਸਤਿਗੁਰੂ ਨੇ ਵੀ ਇਹੀ ਸਾਨੂੰ ਸਮਝਾਇਆ ਵੀ ਇਹ ਜਿਹੜਾ ਸੰਸਾਰ ਹੈ ਇੱਕ ਪ੍ਰਾਹੁਣਿਆਂ ਵਾਂਗ, ਇੱਕ ਸਰਾਂ ਵਾਂਗ ਹੈ, ਸਭਨਾਂ ਨੇ ਤੁਰ ਜਾਣਾ ਹੈ, ਜਾਣਾ ਨਿਸ਼ਚਿਤ ਹੈ। ਕਿਉਂਕਿ ਜੋ ਜਨਮ ਹੈ ਸੋ ਜਾਨੋ ਮੂੰਹ ਹੈ। ਕਹਿੰਦੇ ਜਿਹਦਾ ਜਨਮ ਹੈ ਨਿਸ਼ਚਿਤ ਹੈ ਉਹਨੇ ਜਾਣਾ ਹੀ ਜਾਣਾ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ। ਵਾਰੀ ਤਾਂ ਪਾਤਸ਼ਾਹ ਕਹਿੰਦੇ ਨੇ ਜਨਮ ਤੋਂ ਪਹਿਲਾਂ ਹੀ ਲੱਗ ਗਈ। ਵਾਰੀ ਕੋਈ ਨਵੀਂ ਗੱਲ ਨਹੀਂ, ਇਹ ਤਾਂ ਸਾਹ ਚੱਲਣ ਤੋਂ ਪਹਿਲਾਂ ਵਾਰੀ ਨਿਸ਼ਚਿਤ ਹੋ ਗਈ ਹੈ। ਸ਼ੇਖ ਹਯਾਤੀ ਜਗ ਨ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਸੇ ਕੇਤੇ ਬੈਸ ਗਿਆ। ਕੱਤਕ ਕੂੰਜਾਂ ਚੇਤ ਡੋ ਸਾਵਣ ਬਿਜਲੀਆਂ। ਕਹਿੰਦੇ ਕੱਤਕ ਦੇ ਮਹੀਨੇ ਦੇ ਵਿੱਚ ਜਿਵੇਂ ਕੂੰਜਾਂ ਆਉਂਦੀਆਂ ਨੇ, ਚੇਤ ਦੇ ਵਿੱਚ ਜੰਗਲਾਂ ਨੂੰ ਅੱਗ ਲੱਗ ਜਾਂਦੀ ਹੈ, ਤੇ ਸੌਣ ਦੀਆਂ ਜਿਹੜੀਆਂ ਬਿਜਲੀਆਂ ਫਿਰ ਉਸ ਅੱਗ ਨੂੰ ਬੁਝਾ ਜਾਂਦੀਆਂ ਨੇ। ਸਿਆਲੇ ਸੁਹੰਦੀਆਂ ਪਿਰ ਗਲ ਬਾਹੜੀਆਂ। ਕਹਿੰਦੇ ਜਿਵੇਂ ਸਿਆਲ ਦੇ ਵਿੱਚ ਇਸਤਰੀ ਦੀਆਂ ਸੋਹਣੀਆਂ ਬਾਹਾਂ ਖਸਮ ਦੇ ਗਲ ਦੇ ਵਿੱਚ ਸੋਭਦੀਆਂ ਨੇ, ਇਸੇ ਤਰ੍ਹਾਂ ਸਾਹਿਬ ਕਹਿੰਦੇ ਨੇ ਚੱਲੇ ਚੱਲਣਹਾਰ ਵਿਚਾਰਾ ਲੈ ਮਨੋ। ਜਗਤ ਦੀ ਸਾਰੀ ਜਿਹੜੀ ਕਾਰ ਹੈ ਸਤਿਗੁਰੂ ਨੇ ਇਸੇ ਤਰ੍ਹਾਂ ਦੀ ਸਮਝਾਈ ਹੈ ਕਿ ਇਹ ਸੰਸਾਰ ਜਿਹੜਾ ਚਲਾਏਮਾਨ ਹੈ। ਚਲਾਏਮਾਨ ਦਾ ਭਾਵ ਵੀ ਇਹ ਸਰਕਦਾ ਰਹਿੰਦਾ, ਸੰਸਾਰ ਜਿਹੜਾ ਸਰਕਦਾ ਹੈ। ਸਰਕ ਦਾ ਭਾਵ ਜਿਵੇਂ ਸੁੱਕੀ ਰੇਤਾਂ ਨੂੰ ਮੁੱਠ ਦੇ ਵਿੱਚ ਇਸ ਤਰ੍ਹਾਂ ਫੜ ਲਓ, ਉਹ ਤੁਹਾਡੇ ਮੁੱਠ ਦੇ ਵਿੱਚ ਟਿਕੀ ਨਹੀਂ ਰਹੇਗੀ, ਹੌਲੇ ਹੌਲੇ ਸਰਕਦੀ ਸਰਕਦੀ ਉਹ ਇੱਕ ਵੇਲੇ ਮੁੱਠੀ ਖਤਮ ਹੋ ਜਾਵੇਗੀ, ਖਾਲੀ ਹੋ ਜਾਵੇਗੀ। ਹੁਣ ਆਪਣੇ ਆਪ ਤੇ ਇਹ ਗੱਲ ਢੁਕਾ ਕੇ ਦੇਖੀਏ ਵੀ ਸੰਸਾਰ ਕਿਵੇਂ ਸਰਕਦਾ ਹੈ। ਅਜੇ ਪਿੱਛੇ ਨੂੰ ਝਾਤ ਮਾਰੀਏ, ਏਦਾਂ ਲੱਗਦਾ ਹੈ ਵੀ ਕੱਲ ਦੀਆਂ ਗੱਲਾਂ ਅਜੇ ਗਲੀਆਂ ਦੇ ਵਿੱਚ ਖੇਡਦੇ ਸਾਂ। ਤੁਰਦਿਆਂ ਤੁਰਦਿਆਂ ਪਤਾ ਹੀ ਨਹੀਂ ਲੱਗਿਆ ਕਦੋਂ ਜਵਾਨੀ ਆ ਗਈ, ਕਦੋਂ ਭਵਰ ਗਏ ਬੱਗ ਬੈਠੇ ਆਏ। ਪਤਾ ਹੀ ਨਹੀਂ ਲੱਗਾ ਕਦੋਂ ਇਹ ਕਾਲੇ ਸ਼ਾਹ
ਵਾਲਾਂ ਨੇ ਚਿੱਟੇ ਦੁੱਧ ਵਰਗੇ ਹੋਣੇ ਸ਼ੁਰੂ ਹੋ ਗਏ, ਪਤਾ ਹੀ ਨਹੀਂ ਲੱਗਾ। ਬਥੇਰਾ ਬੰਦਾ ਰੰਗ ਰੁੰਗ ਲਾ ਕੇ ਉਹਨੂੰ ਢੱਕਣ ਦਾ ਯਤਨ ਕਰਦਾ ਹੈ, ਪਰ ਜੋ ਮਾਲਕ ਨੇ ਸਿਸਟਮ ਬਣਾਇਆ ਹੋਇਆ ਹੈ ਸਮੇਂ ਦੇ ਹਿਸਾਬ ਦੇ ਨਾਲ, ਉਮਰ ਦੇ ਹਿਸਾਬ ਦੇ ਨਾਲ, ਕਹਿੰਦੇ ਇਹ ਕਾਲਿਆਂ ਦੀ ਜਗ੍ਹਾ ਇੱਕ ਦਿਨ ਚਿੱਟਿਆਂ ਨੇ ਲੈਣੀ ਹੈ। ਪਾਤਸ਼ਾਹ ਸਾਨੂੰ ਬਾਰ-ਬਾਰ ਸਮਝਾਉਂਦੇ ਹੈ ਕਿ ਸੰਸਾਰ ਜਿਹੜਾ ਉਹ ਚਲਾਏਮਾਨ ਹੈ, ਪਰ ਬੰਦਾ ਨਹੀਂ ਵਿਚਾਰ ਕਰਦਾ ਹੈ, ਬੰਦੇ ਨੂੰ ਇਹ ਸੋਝੀ ਨਹੀਂ ਆਉਂਦੀ। ਫਿਰ ਸਤਿਗੁਰੂ ਨੇ ਇੰਨੀਆਂ ਸੋਹਣੀਆਂ ਸੋਹਣੀਆਂ ਉਦਾਹਰਨਾਂ ਦੇ ਕੇ ਸਾਨੂੰ ਸਮਝਾਇਆ, ਕਹਿੰਦੇ ਇਹ ਜਿਹੜਾ ਸਮਾਂ, ਅੰਤਲਾ ਸਮਾਂ, ਇਹਦਾ ਪਤਾ ਹੀ ਨਹੀਂ ਲੱਗਦਾ ਕਦੋਂ ਆ ਜਾਣ। ਘਰੋਂ ਬੜੇ ਸੋਹਣੇ ਠੀਕ ਠਾਕ ਗਏ ਨੇ, ਕਿਸੇ ਨੂੰ ਪਤਾ ਸੀ ਵੀ ਕਰਨੈਲ ਸਿੰਘ ਜੀ ਨੇ ਮੁੜ ਕੇ ਆਉਣਾ ਹੀ ਨਹੀਂ, ਪਤਾ ਸੀ ਕਿਸੇ ਨੂੰ? 2 ਮਿੰਟਾਂ ਦੀ ਸਾਰੀ ਖੇਡ ਹੋਈ ਹੈ, ਉਸ ਤੋਂ ਬਾਅਦ ਪਤਾ ਹੀ ਲੱਗਿਆ ਵੀ ਰੁਖਸਤ ਵੀ ਹੋ ਗਏ ਨੇ। ਇਸ ਬਾਬਤ ਫਰੀਦ ਸਾਹਿਬ ਜੀ ਨੇ ਆਖਿਆ, ਕਹਿੰਦੇ ਗੰਢੇਂਦਿਆਂ 6 ਮਾਹ, ਕਹਿੰਦੇ ਮਾਤਾ ਦੇ ਪੇਟ ਦੇ ਵਿੱਚ ਬੱਚੇ ਦੀ ਰੂਪ ਰੇਖਾ ਬਣਨ ਵਾਸਤੇ 6 ਮਹੀਨੇ ਲੱਗ ਜਾਂਦੇ ਨੇ, ਉਹਦੇ ਸਰੀਰ ਨੂੰ ਬਣਦਿਆਂ ਬਣਦਿਆਂ, ਗੰਢੇਂਦਿਆਂ ਭਾਵ ਗੰਢ ਹੁੰਦਿਆਂ 6 ਮਾਹ, 6 ਮਹੀਨੇ ਲੱਗ ਗਏ ਨੇ। ਪਤਾ ਲੱਗ ਗਿਆ, ਸਭ ਤੋਂ ਪਹਿਲਾਂ ਮਾਂ ਨੂੰ ਪਤਾ ਲੱਗਦਾ ਹੈ, ਫਿਰ ਘਰ ਵਾਲਿਆਂ ਨੂੰ ਪਤਾ ਲੱਗਦਾ ਹੈ, ਫਿਰ ਮਾਂ ਦੇ ਸਰੀਰ ਤੋਂ ਸੰਸਾਰ ਨੂੰ ਪਤਾ ਲੱਗਦਾ ਹੈ। ਸਮਾਂ ਆਉਣ ਤੇ ਸਭਨਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਹੁਣ ਬੱਚੇ ਦਾ ਜਨਮ ਹੋਵੇਗਾ। ਪਰ ਫਰੀਦ ਸਾਹਿਬ ਕਹਿੰਦੇ ਨੇ, ਕਹਿੰਦੇ ਜਨਮ ਦਾ ਤਾਂ ਪਤਾ ਲੱਗ ਜਾਂਦਾ ਹੈ, ਜਨਮ ਦਾ ਆਭਾਸ ਹੋ ਜਾਂਦਾ ਹੈ। ਗੰਢੇਂਦਿਆਂ 6 ਮਾਹ, ਤੋੜੰਦਿਆਂ ਹਿੱਕ ਖਿਨੋ, ਕਹਿੰਦੇ ਟੁੱਟਣ ਲੱਗਿਆ ਇਸ ਕੱਚੇ ਭਾਂਡੇ ਨੂੰ ਹਿੱਕ ਖਿਨੋ, ਇੱਕ ਖਿਨ ਲੱਗਦਾ ਹੈ ਤੇ ਖਿਨ ਦਾ ਸਮਾਂ ਇੰਨਾ ਕੁ ਹੁੰਦਾ ਹੈ, ਅੱਖ ਨੂੰ ਖੋਲ ਕੇ ਬੰਦ ਕਰ ਲਈਏ ਇੰਨਾ ਸਮਾਂ। ਤੋੜੰਦਿਆਂ ਹਿੱਕ ਖਿਨੋ, ਇਸੇ ਕਰਕੇ ਫਰੀਦ ਸਾਹਿਬ ਆਖਦੇ ਨੇ, ਕਹਿੰਦੇ ਜ਼ਿਮੀ ਪੁੱਛੇ ਅਸਮਾਨ, ਫਰੀਦਾ ਖੇਵਟ ਕਿੰਨ ਗਏ। ਕਹਿੰਦੇ ਇਹ ਗੱਲ ਜ਼ਮੀਨ ਤੇ ਅਸਮਾਨ ਗਵਾਹ ਹਨ, ਕਹਿੰਦੇ ਬੇਅੰਤ ਜੀਵ ਆਏ ਤੇ ਬੇਅੰਤ ਇੱਥੋਂ ਚਲੇ ਗਏ ਨੇ। ਜਿਹੜੇ ਵੱਡੇ ਵੱਡੇ ਆਗੂ ਸਮਝਦੇ ਸਨ, ਜਿਨ੍ਹਾਂ ਦੇ ਹੁਕਮ ਦੇ ਨਾਲ ਲੋਕਾਂ ਨੂੰ ਫਾਂਸੀ ਚਾੜ ਦਿੱਤਾ ਜਾਂਦਾ ਸੀ, ਜਿਨ੍ਹਾਂ ਦੇ ਹੁਕਮ ਦੇ ਨਾਲ ਫਾਂਸੀ ਤੇ ਚੜਿਆਂ ਨੂੰ ਜ਼ਿੰਦਗੀ ਦਾਨ ਮਿਲ ਜਾਂਦੀ ਸੀ, ਕਹਿੰਦੇ ਉਹ ਵੀ ਇੱਕ ਦਿਨ ਖਾਕ ਹੋ ਗਏ, ਇੱਥੋਂ ਚਲੇ ਗਏ ਨੇ। ਜ਼ਿਮੀ ਪੁੱਛੇ ਅਸਮਾਨ, ਫਰੀਦਾ ਖੇਵਟ ਗਿਣ ਗਏ, ਜਾਲਣ ਗੋਰਾ ਨਾਲ ਉਲਾਮੇ ਜੀ ਸਹੀ। ਕਹਿੰਦੇ ਸਰੀਰ ਤਾਂ ਕਬਰਾਂ ਦੇ ਵਿੱਚ ਗਲ ਜਾਂਦੇ ਨੇ, ਸਰੀਰ ਦੀ ਲਿਮਟ ਹੈ। ਸਰੀਰ ਦੇ ਵਿੱਚੋਂ ਜਦੋਂ ਇਹ ਜੀਵ ਨਿਕਲ ਗਿਆ, ਫਿਰ ਸਤਿਗੁਰੂ ਆਖਦੇ ਨੇ, ਕਹਿੰਦੇ ਸੂਤ ਖਿੰਚੇ ਢਹਿ ਢੇਰੀ ਹੋਏ। ਜਿਵੇਂ ਮਾਲਾ ਦੇ ਵਿੱਚੋਂ ਧਾਗਾ ਨਿਕਲ ਜਾਂਦਾ ਨਾ, ਜਦੋਂ ਟੁੱਟ ਜਾਂਦਾ ਹੈ ਤੇ ਇਹ ਮਣਕੇ ਜਿਹੜੇ ਧਰਤੀ ਤੇ ਖਿਲਰ ਜਾਂਦੇ ਨੇ, ਕਹਿੰਦੇ ਇਸੇ ਤਰ੍ਹਾਂ ਜਦੋਂ ਇਸ ਜੀਵ ਦੇ ਵਿੱਚੋਂ ਜੋਤ ਨਿਕਲ ਜਾਂਦੀ ਹੈ, ਫਿਰ ਸਾਰੇ ਇੰਦਰੇ ਜਵਾਬ ਦੇ ਜਾਂਦੇ ਨੇ। ਤੇ ਫਿਰ ਅਸੀਂ ਕੀ ਕਹਿੰਦੇ? ਅਸੀਂ ਕਹਿੰਦੇ ਵੀ ਹੁਣ ਤਾਂ ਬੰਦਾ ਮਿੱਟੀ ਹੋ ਗਿਆ। ਇਹ ਸੱਚਾਈ ਹੈ, ਜਗ ਦੀ ਸੱਚਾਈ ਸਾਨੂੰ ਸਤਿਗੁਰੂ ਸਮਝਾਉਂਦੇ। ਕਹਿੰਦੇ ਸੱਚਾਈ ਤਾਂ ਇਹ ਹੈ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ। ਅਸੀਂ ਰੋਂਦੇ ਆ, ਅਸੀਂ ਕਿਉਂ ਰੋਂਦੇ ਆ? ਕਿਉਂਕਿ ਇਹਨਾਂ ਰਿਸ਼ਤਿਆਂ ਦੇ ਵਿੱਚ ਅਸੀਂ ਵੱਜੇ ਪਏ, ਇਹ ਮੋਹ ਦੀਆਂ ਤੰਦਾਂ ਦੇ ਵਿੱਚ ਅਸੀਂ ਵੱਜੇ ਪਏ ਆ। ਇਹਨਾਂ ਰਿਸ਼ਤਿਆਂ ਦਾ ਪਿਆਰ, ਇਹਨਾਂ ਰਿਸ਼ਤਿਆਂ ਦੀ ਅਪਣਤ ਜਿਹੜੀ, ਇਸ ਦਾ ਵਿਛੋੜਾ, ਉਹ ਸਾਨੂੰ ਰਵਾਉਂਦਾ ਹੈ। ਪਰ ਸਤਿਗੁਰੂ ਆਖਦੇ ਨੇ, ਕਹਿੰਦੇ ਨੇ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਪਰਮੇਸ਼ਰ ਦੀ ਸੱਚਾਈ ਨੂੰ ਲੱਭਣਾ ਹੈ। ਇਸ ਰਿਸ਼ਤਿਆਂ ਦੀ ਸੱਚਾਈ ਕੀ ਹੈ? ਕਹਿੰਦੇ ਸਮੇਂ ਦੇ ਨਾਲ ਅਸੀਂ ਪਤਾ ਨਹੀਂ ਕਿੰਨੀ ਵਾਰੀ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਦੀ ਲੰਘੇ ਆ। ਕੇਤਿਆਂ ਕੇ ਬਾਪ ਕੇਤੇ ਗੁਰ, ਕੇਤਿਆਂ ਕੇ ਚੇਲੇ, ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ, ਕੀਤੇ ਗੁਰ ਚੇਲੇ ਹੋਏ। ਕਹਿੰਦੇ ਪਤਾ ਨਹੀਂ ਇਹਨਾਂ ਰਿਸ਼ਤਿਆਂ ਵਿੱਚੋਂ ਦੀ ਕਿੰਨੀ ਵਾਰੀ ਅਸੀਂ ਲੰਘੇ ਆ। ਇਸ ਕਰਕੇ ਸਾਹਿਬ ਸਾਨੂੰ ਸਮਝਾਉਂਦੇ ਨੇ, ਆਖਦੇ ਨੇ ਮਾਲਕ ਨੇ ਕਿਰਪਾ ਕੀਤੀ ਹੈ ਇਹਨਾਂ ਰਿਸ਼ਤਿਆਂ ਦੇ ਵਿੱਚ, ਆਪਣਤ ਦੇ ਵਿੱਚ ਰਹਿੰਦਿਆਂ ਹੋਇਆ ਤੋਂ ਸਦਾ ਪਰਮੇਸ਼ਰ ਨੂੰ ਚੇਤੇ ਰੱਖਣਾ ਹੈ। ਰਿਸ਼ਤੇ, ਕਈ ਰਿਸ਼ਤੇ ਐਸੇ ਨੇ
ਜਿਨ੍ਹਾਂ ਦੇ ਰਿਸ਼ਤਿਆਂ ਦਾ ਅਲਟਰਨੇਟਿਵ ਕੋਈ ਨਹੀਂ, ਤੋੜ ਕੋਈ ਨਹੀਂ। ਨਾ ਮਾਂ ਦੇ ਰਿਸ਼ਤੇ ਦਾ ਤੋੜ ਹੈ, ਨਾ ਬਾਪ ਦੇ ਰਿਸ਼ਤੇ ਦਾ ਤੋੜ ਹੈ। ਸਿਆਣੇ ਐਵੇਂ ਨਹੀਂ ਕਹਿੰਦੇ 100 ਚਾਚਾ ਇੱਕ ਪਿਓ। ਕਿਉਂ? ਕਹਿੰਦੇ ਪਿਓ ਦੀ ਥਾਂ ਕੋਈ ਨਹੀਂ ਲੈ ਸਕਦਾ। ਬੇਸ਼ੱਕ ਪਿਓ ਜਿਹੜਾ ਉਹ ਮਾਂ ਵਾਂਗ ਅੱਖਾਂ ਗਿੱਲੀਆਂ ਕਰਕੇ ਨਹੀਂ ਦੱਸਦਾ, ਪਰ ਜਿਹੜਾ ਬੋਝ ਪਿਓ ਦੇ ਮੋਢਿਆਂ ਤੇ ਹੁੰਦਾ ਹੈ ਉਹਨੂੰ ਪਿਓ ਹੀ ਮਹਿਸੂਸ ਕਰ ਸਕਦਾ। ਕਿਉਂਕਿ ਇਹ ਰਿਸ਼ਤਾ ਇੱਕ ਐਸਾ ਜਿਹੜਾ ਆਪਣੇ ਬੱਚਿਆਂ ਨੂੰ ਆਪਣੇ ਤੋਂ ਵੀ ਅੱਗੇ ਦੇਖਣਾ ਚਾਹੁੰਦਾ ਹੈ। ਬਾਕੀ ਦੁਨੀਆ ਦੇ ਰਿਸ਼ਤੇ ਇਦਾਂ ਦੇ ਨੇ ਕਿ ਸਾਡੇ ਤੋਂ ਕੋਈ ਅੱਗੇ ਨਾ ਲੰਘ ਜਾਵੇ। ਹਮੇਸ਼ਾ ਬਾਪ ਇਹ ਗੱਲ ਚਾਹੁੰਦਾ ਹੈ ਤੇ ਮੇਰੇ ਬੱਚੇ ਮੇਰੇ ਤੋਂ ਵੀ ਅੱਗੇ ਹੋਣ। ਸਮੇਂ ਦੇ ਨਾਲ ਸੋਚਿਆ ਜਾਵੇ ਤਾਂ ਸਾਰੇ ਰਿਸ਼ਤੇ ਅੱਜ ਦੇ ਸਮੇਂ ਵਿੱਚ ਕਲੰਕੀ ਹੋ ਗਏ, ਕਲੰਕੀ ਹੋ ਗਏ। ਨਾ ਉਹੋ ਜਿਹੀਆਂ ਮਾਵਾਂ ਰਹੀਆਂ ਤੇ ਨਾ ਉਹੋ ਜਿਹੇ ਬਾਪ ਰਹੇ। ਸਮਾਂ ਇਦਾਂ ਦਾ ਆ ਗਿਆ, ਆਪਣੇ ਹੱਥੀਂ ਮਾਵਾਂ ਨੇ ਆਪਣੇ ਬੱਚਿਆਂ ਦੇ ਗਲ ਵੀ ਘੁੱਟੇ ਨੇ, ਆਪਣੇ ਹੱਥੀਂ ਪਿਤਾਵਾਂ ਨੇ ਆਪਣੇ ਬੱਚੇ ਮਾਰੇ ਵੀ ਨੇ। ਪਰ ਫਿਰ ਵੀ ਜੋ ਰਿਸ਼ਤੇ ਮਾਲਕ ਨੇ ਬਣਾਏ ਹੋਏ ਨੇ ਇਹਨਾਂ ਦੀ ਮਹਿਮਾ ਵੀ ਬਹੁਤ ਹੈ। ਪਰ ਸਤਿਗੁਰੂ ਫਿਰ ਅਖੀਰ ਤੇ ਇੱਕ ਗੱਲ ਸਮਝਾਉਂਦੇ ਨੇ, ਕਿਉਂਕਿ ਬਾਣੀ ਜਿਹੜੀ ਹੈ ਇੱਕ ਜਗ੍ਹਾ ਇਹ ਕਹਿੰਦੀ ਹੈ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ। ਗੁਰੂ ਨੂੰ ਸੰਬੋਧਨ ਕਰਕੇ ਅਰਦਾਸ ਅਸੀਸ ਵੀ ਜੇ ਮਾਂ ਦੀ ਮੰਗਦੇ, ਪੁੱਤਾ ਮਾਤਾ ਕੀ ਅਸੀਸ। ਦੂਜੇ ਪਾਸੇ ਸਤਿਗੁਰੂ ਇਹ ਵੀ ਕਹਿੰਦੇ ਨੇ, ਕਹਿੰਦੇ ਕਾਕੀ ਮਾਤ ਪਿਤਾ ਕੋ ਕਾਕੋ ਕਵਨ ਪੁਰਖ ਕੀ ਜੋਈ। ਘਟ ਫੂਟੈ ਕੋਈ ਬਾਤ ਨਾ ਪੁੱਛੇ ਕਾਢੋ ਕਾਢੋ ਹੋਈ। ਇੱਕ ਪਾਸੇ ਸਤਿਗੁਰੂ ਕਹਿੰਦੇ ਨੇ ਮਾਂ ਬਾਪ ਦਾ ਰਿਸ਼ਤਾ ਬੜਾ ਵਧੀਆ ਹੈ, ਦੂਜੇ ਪਾਸੇ ਸਤਿਗੁਰੂ ਇਹ ਵੀ ਸਮਝਾਉਂਦੇ ਨੇ ਕਿ ਤੇ ਰਿਸ਼ਤਿਆਂ ਦੇ ਵਿੱਚ ਉਲਝ ਕੇ ਨਾ ਰਹਿ ਜਾਵੀਂ। ਕਿਤਿਆਂ ਕੇ ਬਾਪ ਸਤਿਗੁਰੂ ਕਹਿੰਦੇ ਨੇ ਕਾਕੀ ਮਾਤ ਪਿਤਾ ਕੋ ਕਾਕੋ, ਕਹਿੰਦੇ ਕਿਹੜੀ ਮਾਂ, ਕਿਹੜਾ ਪਿਓ, ਕਿਹੜਾ ਬਾਪ। ਅਸਲ ਦੇ ਵਿੱਚ ਸਤਿਗੁਰੂ ਨੇ ਸਾਨੂੰ ਇਹਨਾਂ ਰਿਸ਼ਤਿਆਂ ਵਿੱਚ ਤਾਂ ਬਣਾਇਆ ਕਿਉਂਕਿ ਸੰਸਾਰ ਦੀ ਇੱਕ ਮਰਿਆਦਾ ਹੈ। ਜੇ ਸਮਾਜ ਦੇ ਵਿੱਚ ਆਉਣਾ ਹੈ, ਜਨਮ ਲੈਣਾ ਤਾਂ ਫਿਰ ਇਹਨਾਂ ਰਿਸ਼ਤਿਆਂ ਦੇ ਵਿੱਚ ਦੀ ਆਉਣਾ ਪਏਗਾ। ਪਰ ਸਾਹਿਬ ਨੇ ਨਾਲੋਂ ਨਾਲ ਸਾਨੂੰ ਸੁਚੇਤ ਵੀ ਕੀਤਾ, ਕਹਿੰਦੇ ਰਹਿ ਰਿਸ਼ਤਿਆਂ ਦੇ ਵਿੱਚ ਪਰ ਇੱਕ ਮਰਿਆਦਾ ਦੇ ਵਿੱਚ ਰਹੀ। ਅਸਲ ਦੇ ਵਿੱਚ ਜੋ ਤੈਨੂੰ ਮਾਲਕ ਨੇ ਹੁਕਮ ਕੀਤਾ ਹੈ ਉਹਦੇ ਵੱਲ ਧਿਆਨ ਰੱਖੀ। ਤੇ ਹੁਕਮ ਕਿਹੜਾ ਕੀਤਾ? ਉਹ ਹੁਕਮ ਲਾਇਆ ਹੈ ਵੀ ਰਾਮ ਸਿਮਰ ਇਹ ਤੇਰੇ ਕਾਜ ਹੈ। ਕਹਿੰਦੇ ਅਸਲ ਜਿਹੜਾ ਤੇਰਾ ਕਾਜ ਹੈ ਨਾ ਉਹ ਰਾਮ ਨੂੰ ਸਿਮਰਨਾ ਤੇ ਪਰਮੇਸ਼ਰ ਨੂੰ ਧਿਆਉਣਾ, ਉਹਦੀ ਬੰਦਗੀ ਕਰਨਾ ਹੈ। ਬਾਕੀ ਹਰ ਰਿਸ਼ਤੇ ਦਾ ਮਾਣ ਸਤਿਕਾਰ ਜਿਹੜਾ ਅਤੀ ਜ਼ਰੂਰੀ ਹੈ, ਅਤੀ ਜ਼ਰੂਰੀ ਹੈ। ਕਿਉਂਕਿ ਬਾਪ ਦਾ ਰਿਸ਼ਤਾ ਵੀ ਸੰਸਾਰ ਦੇ ਵਿੱਚ ਬੜੀ ਅਹਿਮੀਅਤ ਰੱਖਦਾ ਹੈ। ਗੁਰੂ ਕਿਰਪਾ ਕਰੇ, ਰਹਿਮਤ ਕਰੇ, ਇਸ ਵਿਛੋੜੇ ਨੂੰ ਝੱਲਣ ਦਾ ਬਲ ਸਤਿਗੁਰੂ ਜੀ ਸਾਨੂੰ ਬਖਸ਼ਣ, ਕਿਉਂਕਿ ਉਸ ਤੋਂ ਬਿਨਾਂ, ਉਹਦੇ ਆਸਰੇ ਤੋਂ ਬਿਨਾਂ ਇਹ ਬਲ ਨਹੀਂ ਮਿਲ ਸਕਦਾ। ਇਸੇ ਕਰਕੇ ਸਤਿਗੁਰੂ ਨੇ ਸਾਨੂੰ ਇਹ ਬਚਨ ਕੀਤਾ ਹੈ ਭਈ ਰੇ ਮਨ ਓਟ ਲਿਓ ਹਰਨਾਮਾ। ਹਰੀ ਦੇ ਨਾਮ ਦੀ ਓਟ ਲੈਣੀ ਹੈ ਤਾਂ ਹੀ ਤੈਨੂੰ ਧਰਵਾਸਾ ਮਿਲ ਸਕਦਾ। ਪਾਤਸ਼ਾਹ ਅੰਤ ਵਿੱਚ ਆਖਦੇ ਨੇ, ਕਹਿੰਦੇ ਜ਼ਿਮੀ ਪੁੱਛੈ ਅਸਮਾਨ ਫਰੀਦਾ, ਖੇਵਟ ਕਿਨ ਗਏ ਜਾਲਣ ਗੋਰਾ ਨਾਲ, ਉਲਾਮੇ ਜੀ ਸਏ। ਕਹਿੰਦੇ ਸਰੀਰ ਤਾਂ ਨਾਸ਼ਵਾਨ ਹੈ, ਇੱਕ ਦਿਨ ਜਾਂ ਕਬਰ 'ਚ ਪੈ ਜਾਣਾ ਤੇ ਜਾਂ ਇਸ ਨੇ ਖਾਕ ਦੀ ਢੇਰੀ ਹੋ ਜਾਣਾ। ਪਰ ਕੀਤੇ ਹੋਏ ਕਰਮਾਂ ਨੂੰ ਔਖ ਸੌਖ ਨੂੰ ਜਿਹੜੀ ਉਹ ਜ਼ਿੰਦਗੀ ਸਹਾਰਦੀ ਹੈ। ਇਹਦਾ ਭਾਵ ਇਹ ਹੈ ਕਿ ਕੀਤੇ ਹੋਏ ਕਰਮਾਂ ਦਾ ਹਿਸਾਬ ਸਾਨੂੰ ਦੇਣਾ ਪੈਣਾ। ਇਸੇ ਕਰਕੇ ਮਾਲਕ ਸਾਨੂੰ ਸਮਝਾਉਂਦੇ ਨੇ ਵੀ ਭਾਈ ਅੱਛੇ ਕਰਮ ਕਰੀਏ, ਚੰਗੇ ਕਰਮ ਕਰੀਏ, ਤਾਂ ਕਿ ਪਰਮੇਸ਼ਰ ਦੇ ਘਰ ਜਦੋਂ ਅਸੀਂ ਜਾਣਾ ਹੈ ਤੇ ਸਾਡਾ ਮੁੱਖ ਜਿਹੜਾ ਉਜਲਾ ਹੋਵੇ। ਉਜਲਾ ਤਾਂ ਹੀ ਹੋਵੇਗਾ ਜੇ ਗੁਰੂ ਨਾਲ ਪਿਆਰ ਪਾਇਆ ਹੋਵੇਗਾ। ਉਜਲਾ ਤਾਂ ਹੀ ਹੋਵੇਗਾ ਜੇ ਗੁਰਮੁਖ ਹੋਵੇਗਾ। ਗੁਰਮੁਖ ਦਾ ਭਾਵ ਗੁਰੂ ਵੱਲ ਨੂੰ ਤੇਰਾ ਮੁੱਖ ਹੋਵੇਗਾ। ਤੇ ਜੇ ਮਨਮੁਖ ਹੋਵੇਗਾ, ਮਨ ਵੱਲ ਨੂੰ ਤੇਰਾ ਮੂੰਹ ਹੋਵੇਗਾ, ਤਾਂ ਫਿਰ ਸਾਹਿਬ ਜੀ ਕਹਿੰਦੇ ਨੇ ਫਿਰ ਇੱਥੇ ਵੀ ਤੇ ਉੱਥੇ ਵੀ
ਤੂੰ ਸੁਰਖਰੂ ਨਹੀਂ ਹੋ ਸਕਦਾ। ਸਤਿਗੁਰੂ ਕਹਿੰਦੇ ਨੇ ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਕਿਤੇ ਐਸਾ ਨਾ ਹੋਵੇ ਤੈਨੂੰ ਸਾਈਂ ਦੇ ਦਰਬਾਰ ਦੇ ਵਿੱਚ ਸ਼ਰਮਿੰਦਿਆਂ ਹੋਣਾ ਪਵੇ। ਇਸ ਕਰਕੇ ਭਾਈ ਆਪੋ ਆਪਣੇ ਸਮੇਂ ਨੂੰ ਵਿਚਾਰੀਏ। ਜੇ ਸਾਹ ਚੱਲਦੇ ਨੇ ਤੇ ਉਹਦਾ ਸ਼ੁਕਰਾਨਾ ਧੰਨਵਾਦ ਕਰਦੇ ਹਾਂ। ਜਿੰਨਾ ਵੀ ਸਮੇਂ ਦੇ ਵਿੱਚ ਸਮਾਂ ਨਿਕਲਦਾ ਹੈ, ਯਤਨ ਕਰੀਏ ਵੱਧ ਤੋਂ ਵੱਧ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ, ਆਪਣੇ ਸਾਹਾਂ ਨੂੰ ਸਫਲਿਆਂ ਕਰਨ ਦਾ ਯਤਨ ਕਰੀਏ। ਇਸੇ ਕਰਕੇ ਸਤਿਗੁਰੂ ਨੇ ਸਾਨੂੰ ਇਹ ਗੱਲ ਆਖੀ ਸੀ ਨਾ ਵੀ ਅੰਤੇ ਸਤਿਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਭਾਵ ਕੀਰਤੀ ਕਰਨੀ ਹੈ। ਇਹਨੂੰ ਇੱਕ ਰਸਮ ਨਾ ਸਮਝਿਓ ਵੀ ਜਾਣ ਪਿੱਛੋਂ ਅਸੀਂ ਜੀ ਅਖੰਡ ਪਾਠ ਰਖਵਾ ਲਿਆ, ਭੋਗ ਪਾ ਲਿਆ, ਲੋਕਾਂ ਨੂੰ ਪ੍ਰਸ਼ਾਦ ਛਕਾ ਲਿਆ, ਪ੍ਰਸ਼ਾਦੇ ਛਕਾ ਲਏ, ਲੰਗਰ ਲਾ ਲਿਆ, ਬਸ ਕੰਮ ਸਾਰਾ ਇੰਨਾ ਕੀ ਹੈ। ਨਹੀਂ, ਇਸ ਮਰਿਆਦਾ ਇੱਕ ਤਾਂ ਹੀ ਬਣਾਈ ਹੈ ਵੀ ਇਹ ਸਮੇਂ ਦਾ ਸਾਨੂੰ ਸਾਰਿਆਂ ਨੂੰ ਪਤਾ ਰਵੇ। ਜੇ ਸੱਚ ਪੁੱਛਿਓ, ਜੇ ਇਹ ਸਮੇਂ ਦਾ ਸਾਰਿਆਂ ਨੂੰ ਚੇਤਾ ਰਵੇ ਤੇ ਦੁਨੀਆ ਤੋਂ ਪਾਪ ਮਿਟ ਜਾਣ। ਪਾਪ ਤਾਂ ਹੀ ਹੁੰਦੇ ਨੇ ਜਦੋਂ ਰੱਬ ਭੁੱਲ ਜਾਂਦਾ ਹੈ। ਸਤਿਗੁਰੂ ਕਿਰਪਾ ਕਰੇ। ਭਾਈ ਕਰਨੈਲ ਸਿੰਘ ਜੀ ਜਿਨ੍ਹਾਂ ਜੀਵਨ ਜੀਵਿਆ, ਵਧੀਆ ਜੀਵਿਆ, ਤੰਦਰੁਸਤੀ ਦੇ ਨਾਲ ਜੀਵਿਆ। ਬਾਕੀ ਸਮੇਂ ਦੇ ਨਾਲ ਜਾਣਾ ਤਾਂ ਸਭਨਾਂ ਨੇ ਹੈ। ਇਸ ਸਮੇਂ ਦਾ ਪਤਾ ਕੋਈ ਨਹੀਂ ਕਿਸੇ ਨੂੰ ਕਦੋਂ ਜਾਣਾ। ਨਹਿ ਬਾਰਕ ਨਹਿ ਜੋਬ ਨਹਿ ਬਿਰਦੀ ਕੱਛ ਬੰਦ। ਉਹ ਬੇਰਾ ਨਾ ਬੂਝਈ ਜੋ ਆਏ ਪਰੇ ਜੰਮ ਫੰਦ। ਉਹ ਬਚਪਨ ਚ ਲੈ ਜਾਏ, ਉਹ ਜਵਾਨੀ ਚ ਲੈ ਜਾਏ, ਉਹ ਵਡੇਪਾ ਵੇਖ ਕੇ ਲੈ ਜਾਏ। ਲਿਜਾਣਾ ਤਾਂ ਉਹਨੇ ਹੈ ਹੀ ਹੈ, ਨਿਸ਼ਚਿਤ ਹੈ। ਪਰ ਸਤਿਗੁਰੂ ਦੇ ਅੱਗੇ ਅਰਦਾਸ ਕਰੀਏ, ਪਾਤਸ਼ਾਹ ਜਾਣਾ ਸੌਖਾ ਹੋਵੇ, ਜਾਣਾ ਸੌਖਾ ਹੋਵੇ। ਤੇ ਉਹ ਕਿੱਦਾਂ ਸੌਖਾ ਹੋ ਸਕਦਾ ਹੈ? ਸਤਿਗੁਰੂ ਆਖਦੇ ਨੇ ਕਿਆ ਜਾਣਾ ਕਿਵ ਮਰੇਂਗੇ ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਬੱਚੇ ਤੇ ਰੱਖੀਏ, ਉਹ ਸਾਹਿਬ ਸਾਡੇ ਮਨ ਦੇ ਵਿੱਚ ਵਸ ਜਾਵੇ, ਜਾਣਾ ਸਭਨਾਂ ਦਾ ਸੌਖਾ ਹੋ ਜਾਵੇਗਾ। ਗੁਰੂ ਮਿਹਰ ਕਰੇ। ਵਿਛੜੀ ਹੋਈ ਜੀਵ ਨੂੰ ਪਾਤਸ਼ਾਹ ਜੀ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ ਤੇ ਪਰਿਵਾਰ ਨੂੰ ਭਾਣੇ ਦੀ ਦਾਤ ਬਖਸ਼ਿਸ਼ ਕਰਨ। ਇਹ ਅਰਦਾਸ, ਇਹ ਬੇਨਤੀ, ਇਹ ਜੋਦੜੀ ਸਤਿਗੁਰੂ ਦੇ ਚਰਨਾਂ ਵਿੱਚ ਕਰਨੀ। ਆਓ ਸਤਿਗੁਰੂ ਜੀ ਦੇ ਇਸ ਸ਼ਬਦ ਦੀਆਂ ਅੰਤਲੀਆਂ ਤੁਕਾਂ ਪੜ੍ਹੀਏ, ਫਿਰ ਸਮਾਂ ਸਮਾਪਤ ਹੈ ਜੀ। ਜਿਮੀ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ। ਜਿਮੀ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ। ਜਾਲਣ ਗੋਰਾ ਨਾਲ ਉਲਾਮੇ ਜੀ ਸਹੇ। ਜਾਲਣ ਗੋਰਾ ਨਾਲ ਉਲਾਮੇ ਜੀ ਸਹੇ। ਬੋਲੇ ਸ਼ੇਖ ਫਰੀਦ, ਬੋਲੇ ਸ਼ੇਖ ਫਰੀਦ प्यारे अल्लाह लगे, प्यारे अल्लाह लगे। ये तन हो सी खाक निमाणी गोद घरे। एहो तन हो सी खाक निमाणी गोर करे। बोला शेख फरीद, बोला शेख फरीद प्यारे अल्लाह लगे, प्यारे अल्लाह लगे। बोला शेख फरीद, बोला शेख फरीद प्यारे अल्लाह लगे, प्यारे अल्लाह लगे, प्यारे अल्लाह लगे।